ਦਰਸ਼ਨ ਸਿੰਘ ਨੇ ਲਿਖਿਆ ਹੈ। ਸਤਿ ਸ੍ਰੀ ਅਕਾਲ ਬਾਬਾ ਜੀ। ਆਪ ਜੀ ਦੀ ਕਿਰਪਾ ਨਾਲ ਆਪ ਨੂੰ ਸੁਣ ਕੇ ਹੁਣ ਜਦੋਂ ਅੱਖਾਂ ਮੀਟ ਕੇ ਬੈਠਦਾ ਹਾਂ ਤਾਂ ਵਿਚਾਰ ਤਾਂ ਬੰਦ ਹੋ ਜਾਂਦੇ ਹਨ, ਪਰ ਅੰਦਰੋਂ ਦਿਲ ਦੀ ਧੜਕਣ ਸੁਣਾਈ ਦਿੰਦੀ ਕਿ ਮੈਂ ਠੀਕ ਰਸਤੇ ਜਾ ਰਿਹਾ ਹਾਂ। ਕਿਰਪਾ ਕਰਨੀ ਜੀ। ਦਿਲ ਦੀ ਧੜਕਣ ਸੁਣੋ ਜਾਂ ਸਵਾਸਾਂ ਨੂੰ ਦੇਖੋ। ਪ੍ਰਯੋਜਨ ਇੱਕੋ ਹੀ ਹੋਣਾ ਚਾਹੀਦਾ ਹੈ। ਸੰਸਾਰ ਵੱਲੋਂ ਧਿਆਨ ਹਟਾਉਣਾ। ਫਿਰ ਤੋਂ ਖਿਆਲ ਕਰੋ ਵੀ ਇਹ ਜਿਹੜੀਆਂ ਵਿਧੀਆਂ ਹਨ ਪੁਰਾਤਨ ਸਮੇਂ ਦੇ ਵਿੱਚ ਵੀ ਦੱਸੀਆਂ ਜਾਂਦੀਆਂ ਸਨ, ਤੇ ਉਹਨਾਂ ਦੇ ਨਾਲ ਪਰਹੇਜ਼ ਵੀ ਦੱਸਿਆ ਜਾਂਦਾ ਸੀ। ਜਿਵੇਂ ਕੋਈ ਦਵਾਈ ਦਿੰਦਾ ਹੈ ਨਾ, ਤੇ ਦਵਾਈ ਦੇ ਨਾਲ ਪਰਹੇਜ਼, ਜਿਵੇਂ ਕਿਸੇ ਨੂੰ ਡਾਇਬਟੀਜ਼ ਹੈ ਤਾਂ ਡਾਕਟਰ ਦਵਾਈ ਦੇ ਨਾਲ ਪਰਹੇਜ਼ ਦੱਸਦਾ ਹੈ ਵੀ ਮਿੱਠਾ ਨਹੀਂ ਖਾਣਾ, ਸ਼ੂਗਰ ਨਹੀਂ ਖਾਣੀ। ਅਗਰ ਤੂੰ ਸ਼ੂਗਰ ਜ਼ਿਆਦਾ ਖਾਵੇਂਗਾ ਤੇ ਇਸ ਦਵਾਈ ਦਾ ਅਸਰ ਨਹੀਂ ਹੋਵੇਗਾ। ਓਨਾ ਹੀ ਜ਼ਿਆਦਾ ਅਸਰ ਹੋਵੇਗਾ ਦਵਾ ਦਾ, ਦਾਰੂ ਦਾ, ਜਿੰਨਾ ਤੂੰ ਪਰਹੇਜ਼ ਕਰੇਂਗਾ। ਫਿਰ ਇਹ ਤੇ ਸਰੀਰਕ ਬਿਮਾਰੀ ਹੈ। ਹੋ ਸਕਦਾ ਹੈ ਕੋਈ ਦਵਾਈ ਐਸੀ ਨਿਕਲ ਆਵੇ ਵੀ ਆਦਮੀ ਨੂੰ ਮਿੱਠਾ ਨਾ ਛੱਡਣਾ ਪਵੇ। ਆਦਮੀ ਛੱਡਣਾ ਵੀ ਨਹੀਂ ਚਾਹੁੰਦਾ ਹੈ। ਬਹੁਤ ਲੋਕ ਮੈਂ ਦੇਖੇ ਹਨ ਜਿਨ੍ਹਾਂ ਦੀ ਸ਼ੂਗਰ ਛੁੱਟਦੀ ਨਹੀਂ ਹੈ। ਡਾਕਟਰ ਵੀ ਕਹਿੰਦੇ ਹਨ, ਘਰਦੇ ਵੀ ਕਹਿੰਦੇ ਹਨ। ਇੱਕ ਉੱਥੇ ਸਾਡੇ ਗਵਾਂਢ ਹੀ ਸ਼ੂਗਰ ਦਾ ਮਰੀਜ਼, ਡਾਇਬਟੀਜ਼ ਦਾ ਸੀ, ਤੇ ਚੋਰੀ ਮਿੱਠਾ ਖਾਂਦਾ ਸੀ ਘਰਦਿਆਂ ਤੋਂ। ਬਾਅਦ ਵਿੱਚ ਪਤਾ ਲੱਗਾ ਜਦੋਂ ਉਹ ਮਰ ਗਈ। ਤੇ ਮਿੱਠਾ ਛੱਡਣਾ ਵੀ ਔਖਾ ਹੈ। ਤੇ ਸੰਸਾਰ ਤੇ ਬਹੁਤ ਜ਼ਿਆਦਾ ਮਿੱਠਾ ਲੱਗਦਾ ਹੈ ਆਦਮੀ ਨੂੰ। ਖਿਆਲ ਕਰੋ, ਇਹਦੇ ਵਿੱਚ ਤੇ ਬੜੀ ਮਿਠਾਸ ਹੈ। ਵਿਦੇਸ਼ੀ ਲੋਕ ਇੱਕ ਸ਼ਬਦ ਵਰਤਦੇ ਹਨ, ਮਿੱਠੀ ਜੇਲ। ਜੇਲ ਹੈ ਤੇ ਮਿੱਠੀ ਹੈ। ਹੁਣ ਮਿੱਠੀ ਜੇਲ ਕੌਣ ਛੱਡੂ? ਜੇਲ੍ਹ 'ਚ ਡਾਂਗਾਂ ਪੈਂਦੀਆਂ ਹੋਣ, ਕੁੱਟ ਪੈਂਦੀ ਹੋਵੇ, ਭੁੱਖ ਨਾਲ ਮਰ ਰਹੇ ਹੋਣ, ਤੇ ਜੇਲ੍ਹ ਛੱਡਣ ਨੂੰ ਚਿੱਤ ਕਰਦਾ ਹੈ। ਜਿੱਥੇ ਸੁੱਖ ਹੀ ਨਹੀਂ, ਉਹ ਜਿੱਥੇ ਸੁੱਖ ਸੁਵਿਧਾ ਹੋਵੇ। ਵਿਦੇਸ਼ਾਂ ਦੀਆਂ ਜੇਲ੍ਹਾਂ 'ਚੋਂ ਕਹਿੰਦੇ ਜ਼ਿਆਦਾ ਕੈਦੀ ਬਾਹਰ ਨਹੀਂ ਆਉਣਾ ਚਾਹੁੰਦੇ ਹਨ, ਕਿਉਂਕਿ ਉੱਥੇ ਸੁੱਖ ਸਹੂਲਤਾਂ ਬਹੁਤ ਹਨ। ਤੇ ਜਿੱਥੇ ਸੁੱਖ ਸਹੂਲਤ ਹੈ ਜੇਲ੍ਹ ਦੇ ਵਿੱਚ, ਉਹ ਜੇਲ੍ਹ ਨੂੰ ਵੀ ਆਦਮੀ ਛੱਡਣ ਨੂੰ ਤਿਆਰ ਨਹੀਂ। ਫਿਰ ਮਿੱਠੀ ਜੇਲ੍ਹ ਹੋਵੇ। ਤੇ ਮਿੱਠੀ ਜੇਲ੍ਹ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ? ਵਿਦੇਸ਼ੀ ਲੋਕ ਸ਼ਬਦ ਵਰਤਦੇ ਹਨ। ਵਿਦੇਸ਼ 'ਚ ਚਲੇ ਜਾਂਦੇ ਹਨ ਨਾ ਜਿਹੜੇ ਬਜ਼ੁਰਗ, ਕਹਿੰਦੇ ਹਨ ਵੀ ਉਹ ਮਿੱਠੀ ਜੇਲ੍ਹ ਹੈ, ਛੱਡਣ ਨੂੰ ਚਿੱਤ ਨਹੀਂ ਕਰਦਾ। ਮਿੱਠੀ ਕਿਉਂ ਹੈ? ਵੀ ਉੱਥੇ ਪੈਸੇ ਮਿਲਦੇ ਹਨ,
ਡਾਲਰ ਪਾਉਂਡ ਬਜ਼ੁਰਗਾਂ ਨੂੰ ਮਿਲਦੇ ਹਨ, ਆਉਣ ਨੂੰ ਚਿੱਤ ਨਹੀਂ ਕਰਦਾ, ਰਹਿਣਾ ਵੀ ਨਹੀਂ ਚਾਹੁੰਦੇ ਹਨ, ਪਰ ਉਹਨਾਂ ਦੇ ਕਰਕੇ ਲਾਲਚ ਬੁਰੀ ਬਲਾ ਹੈ। ਤੇ ਸੰਸਾਰ ਜਿਹੜਾ ਹੈ ਨਾ ਬੜਾ ਮਿੱਠਾ ਹੈ। ਇਹ ਵਿਸ ਗੰਧਲਾਂ ਤਰੀਆਂ ਖੰਡ ਲਵਾ ਬੜੀਆਂ ਮਿੱਠੀਆਂ ਹਨ। ਹਾਂ, ਅੰਦਰ ਜ਼ਹਿਰ ਹੈ, ਜ਼ਹਿਰ ਦਾ ਪਤਾ ਨਹੀਂ ਲੱਗਦਾ, ਹੌਲੀ ਹੌਲੀ ਪਤਾ ਲੱਗਦਾ ਹੈ ਜਦੋਂ ਉਦੋਂ ਆਦਮੀ ਬੁੱਢਾ ਹੋ ਜਾਂਦਾ, ਪਰ ਪਹਿਲਾਂ ਮਿੱਠੀਆਂ ਲੱਗਦੀਆਂ ਹਨ ਗੰਧਲਾਂ ਸੰਸਾਰ ਦੀਆਂ, ਸਵਾਦਿਸ਼ਟ ਲੱਗਦੀਆਂ। ਤੇ ਸੰਸਾਰ ਤੋਂ ਧਿਆਨ ਹਟਾਉਣਾ ਔਖਾ ਹੈ। ਤੇ ਪੁਰਾਣੇ ਸਮਿਆਂ 'ਚ ਵੀ ਵਿਧੀਆਂ ਦੱਸੀਆਂ ਜਾਂਦੀਆਂ ਸਨ। ਜਿਵੇਂ ਕ੍ਰਿਸ਼ਨ ਜੀ ਨੇ ਦੱਸਿਆ ਸੀ ਵੀ ਨੱਕ ਦਾ ਜਿਹੜਾ ਅਗਰ ਭਾਗ ਹੈ ਉੱਥੇ ਧਿਆਨ ਟਿਕਾਉਣਾ ਹੈ। ਆਪਣੇ ਸਾਧਕਾਂ ਨੂੰ ਕਿਹਾ ਜਿਹੜੇ ਧਿਆਨ ਟਿਕਾਉਣਾ ਚਾਹੁੰਦੇ ਸਨ, ਧਿਆਨੀ ਸਨ, ਉਹਨਾਂ ਨੂੰ, ਪ੍ਰੇਮੀਆਂ ਨੂੰ ਨਹੀਂ। ਇਵੇਂ ਹੀ ਸ਼ਿਵ ਪੁਰਾਣ ਦੇ ਵਿੱਚ ਵੀ ਸ਼ਿਵ ਜੀ ਨੇ ਬਹੁਤ ਸਾਰੀਆਂ ਵਿਧੀਆਂ ਦੱਸੀਆਂ। ਉਹਦੇ ਵਿੱਚ ਸਵਾਸਾਂ ਤੇ ਧਿਆਨ ਬਾਰੇ ਵੀ ਕਿਹਾ ਹੈ ਵੀ ਉੱਥੇ ਧਿਆਨ ਜਿਹੜਾ ਟਿਕਾਉਂਦਾ ਹੈ ਆਉਂਦੇ ਜਾਂਦੇ ਸਵਾਸ ਦੇ ਵਿਚਾਲੇ ਥਿਰ ਕਰ ਲੈਂਦਾ ਹੈ, ਉਹ ਯੋਗ ਨੂੰ ਪ੍ਰਾਪਤ ਹੋ ਜਾਂਦਾ, ਜੁੜ ਜਾਂਦਾ ਹੈ। ਇਵੇਂ ਹੀ ਗੌਤਮ ਬੁੱਧ ਨੇ ਆਪਣੇ ਭਿਕਸ਼ੂਆਂ ਨੂੰ ਕਿਹਾ ਸੀ ਸਵਾਸਾਂ ਤੇ ਧਿਆਨ, ਆਉਂਦੇ ਜਾਂਦੇ ਸਵਾਸਾਂ ਨੂੰ ਦੇਖੋ। ਤੇ ਹਰ ਪਰਮ ਪੁਰਖ ਜਿੰਨੇ ਵੀ ਹੋਏ ਹਨ, ਉਹਨਾਂ ਨੇ ਆਪਣੇ ਪਿਆਰੇ ਸਾਧਕਾਂ ਨੂੰ, ਪ੍ਰੇਮੀਆਂ ਨੂੰ ਧਿਆਨ ਟਿਕਾਉਣ ਦੀਆਂ ਵਿਧੀਆਂ ਦੱਸੀਆਂ ਹਨ। ਪਰ ਪੁਰਾਤਨ ਸਮੇਂ ਦੇ ਵਿੱਚ ਧਿਆਨ ਸੰਸਾਰ ਵਿੱਚ ਬਹੁਤਾ ਨਹੀਂ ਸੀ ਹੁੰਦਾ, ਫਿਰ ਵੀ ਕਿਹਾ ਤੇ ਜਾਂਦਾ ਹੀ ਸੀ। ਤੇਰੇ ਵਿਧੀ ਤੇ ਧਿਆਨ ਤਾਂ ਹੀ ਟਿਕੂਗਾ, ਅੰਦਰ ਧਿਆਨ ਤਾਂ ਹੀ ਟਿਕੂਗਾ ਜੇ ਬਾਹਰੋਂ ਤਿਆਗੋਗੇ। ਤੇ ਧਿਆਨ ਟਿਕਾਉਣਾ ਹੈ, ਜਿਵੇਂ ਸ਼ਬਦ ਤੇ ਟਿਕਾਉਣਾ ਹੈ, ਸ਼ਬਦ ਦੇ ਵਿੱਚ ਸੁਰਤ ਜੋੜਨ ਦੀ ਭਾਵ ਕਿ ਧਿਆਨ ਸ਼ਬਦ ਦੇ ਵਿੱਚ ਜੋੜਨਾ ਹੈ। ਬਾਹਰੋਂ ਹਟਾਓਗੇ ਤਾਂ ਹੀ ਜੁੜੂਗਾ ਨਾ। ਜਾਂ ਕੋਈ ਧੁਨ ਤੇ ਜੋੜ ਲੈਂਦਾ ਹੈ ਧਿਆਨ, ਧੁਨ ਨੂੰ ਸੁਣਦਾ ਹੈ ਤਾਂ ਉਹਦੇ ਤੇ ਧਿਆਨ। ਬਹੁਤ ਵਿਧੀਆਂ ਹਨ, ਕਈ ਬਾਹਰ ਵੀ ਜੋੜਦੇ ਹਨ, ਕਈ ਸਰੀਰ ਤੇ ਧਿਆਨ ਟਿਕਾਉਂਦੇ ਹਨ, ਕਈ ਆਗਿਆ ਚੱਕਰ ਤੇ ਟਿਕਾਉਂਦੇ ਹਨ। ਪਰ ਸਾਰੇ ਧਿਆਨਾਂ ਦਾ ਪ੍ਰਯੋਜਨ ਇੱਕੋ ਹੀ ਹੈ, ਸਾਰੀਆਂ ਵਿਧੀਆਂ ਦਾ, ਵੀ ਧਿਆਨ ਨੂੰ ਬਾਹਰ ਫੈਲੇ ਹੋਏ ਨੂੰ ਇਕੱਤਰ ਕਰਨਾ, ਪਹਿਲਾਂ ਟਿਕਾਉਣਾ। ਕਿਹਾ ਹੈ ਨਾ, ਜੋ ਮੰਦਰ ਕੋ ਥਾਮੇ ਥੰਮਨ, ਤਿਉ ਗੁਰ ਕਾ ਸ਼ਬਦ ਮਨ ਹੀ ਅਸਥੰਮਨ। ਜਿਵੇਂ ਕਹਿੰਦੇ ਹਨ ਛੱਤ ਨੂੰ ਟਿਕਾ ਲਈਦਾ ਹੈ ਇੱਕ ਥੰਮ ਦੇ ਸਹਾਰੇ, ਥੰਮ ਥੱਲੇ ਦੇ ਲਓ, ਇੱਦਾਂ ਹੀ ਮਨ ਨੂੰ ਟਿਕਾਉਣਾ ਹੈ ਸ਼ਬਦ ਦੇ ਸਹਾਰੇ। ਮਨ ਪਹਿਲਾਂ ਫੈਲਿਆ ਹੋਇਆ ਸੰਸਾਰ ਦੇ ਵਿੱਚ, ਸੰਸਾਰ ਦੀ ਵਿਚਾਰਧਾਰਾ ਚੱਲ ਰਹੀ ਹੈ, ਸੰਸਾਰ ਦੇ ਖਿਆਲਾਤ ਹਨ, ਚਾਰ ਚੁਫੇਰੇ ਭੱਜ ਰਿਹਾ ਹੈ 10 ਦਿਸ਼ਾ ਦੇ ਵਿੱਚ। ਕਹਿੰਦੇ ਹਨ ਵੀ ਮਨ ਦੌੜ ਰਿਹਾ 10 ਦਿਸ਼ਾ ਦੇ ਵਿੱਚ, 4 ਚੁਫੇਰੇ ਦੌੜਦਾ ਹੈ। ਤੇ ਇਹਨੂੰ ਰੋਕਣਾ ਹੈ, ਪਹਿਲਾਂ ਟਿਕਾਉਣਾ ਹੈ, ਇਕਾਗਰ ਕਰਨਾ। ਕਹਿੰਦੇ ਹਨ ਇਕਾਗਰ, ਇੱਕ ਦੇ ਅੱਗੇ ਕਰ ਦੇਣਾ, ਇੱਕ ਦੇ ਸਨਮੁਖ ਕਰ ਦੇਣਾ, ਉਹ ਸ਼ਬਦ ਦੇ ਸਨਮੁਖ ਹੋ ਜਾਵੇ, ਉਹ ਧੁਨ ਦੇ ਸਨਮੁਖ ਹੋ ਜਾਵੇ, ਟਿਕ ਜਾਵੇ। ਜਦੋਂ ਟਿਕ ਗਿਆ ਧਿਆਨ ਸ਼ਬਦ ਤੇ, ਪਹਿਲੀ ਗੱਲ ਟਿਕਦਾ ਬਹੁਤ ਔਖਾ ਹੈ, ਖਿਆਲ ਵਿੱਚ ਰੱਖਿਓ। ਜਿੰਨਾ ਚਿਰ
ਤੁਹਾਨੂੰ ਸੰਸਾਰ ਅਸਤ ਨਹੀਂ ਲੱਗਦਾ, ਅਸਾਰ ਨਹੀਂ ਲੱਗਦਾ, ਮਿਥਿਆ ਨਹੀਂ ਲੱਗਦਾ, ਝੂਠ ਨਹੀਂ ਲੱਗਦਾ, ਉਹਨਾਂ ਚਿਰ ਸੰਸਾਰ ਵਿੱਚੋਂ ਧਿਆਨ ਹਟਦਾ ਨਹੀਂ ਹੈ। ਹੁਣ ਤੁਸੀਂ ਸੋਚੋ, ਤੁਸੀਂ ਸੰਸਾਰ ਵੱਲੋਂ ਮਰਨਾ ਚਾਹੁੰਦੇ ਹੋ? ਮਰਨਾ ਚਾਹੁੰਦੇ ਹੋ ਸੰਸਾਰ ਵੱਲੋਂ? ਸੰਸਾਰ ਵੱਲੋਂ ਮਿਟਣਾ ਹੈ ਮਨ ਦਾ ਮਰਨਾ। ਬਹੁਤੇ ਲੋਕ ਤੇ ਸੰਸਾਰ ਨੂੰ ਮਿਥਿਆ ਸੱਤ ਸੁਣਨਾ ਹੀ ਨਹੀਂ ਚਾਹੁੰਦੇ ਹਨ। ਖਿਆਲ ਵਿੱਚ ਰੱਖਿਓ, ਭਾਵੇਂ ਸਿੱਖ ਪੜ੍ਹਦੇ ਵੀ ਹਨ, ਪਾਠ ਵੀ ਕਰਦੇ ਹਨ, ਬਹੁਤ ਵਾਰ ਕਿਹਾ ਵੀ ਹੈ, ਉਪਦੇਸ਼ ਵੀ ਹੈ ਬਾਬੇ ਨਾਨਕ ਦਾ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਇੱਕ ਨਹੀਂ ਹੈ, ਬਹੁਤ ਵਾਰ ਐਸੇ ਸ਼ਬਦ ਹਨ। ਇਹ ਜਗ ਧੂਏ ਕਾ ਪਹਾੜ ਤੈਂ ਸਾਚਾ ਜਾਣਿਆ, ਪਰ ਪੜ੍ਹਦੇ ਹੀ ਹਨ। ਤੇ ਜਦੋਂ ਕਹਿ ਦਈਏ ਨਾ ਉਹਨਾਂ ਨੂੰ ਵੀ ਇਹ ਝੂਠ ਹੈ, ਅਸੱਤ ਹੈ, ਸੰਸਾਰ ਛੱਡੋ ਪਰਾਂ, ਕਿਹੜੇ ਕੂੜ ਦੇ ਵਿੱਚ ਫਸੇ ਹੋ, ਤੇ ਨਾਰਾਜ਼ ਹੋ ਜਾਂਦੇ ਹਨ ਉਹ ਹੀ ਸਿੱਖ ਜਿਹੜੇ ਬਾਣੀ ਪੜ੍ਹਦੇ ਹਨ, ਪਾਠ ਕਰਦੇ ਹਨ। ਮੈਂ ਪਹਿਲਾਂ ਬੋਲਣ ਵੀ ਜਾਂਦਾ ਰਿਹਾ ਕਈ ਜਗ੍ਹਾ, ਤੇ ਮੈਂ ਦੇਖਿਆ ਵੀ ਲੋਕ ਬਹੁਤ ਨਾਰਾਜ਼ ਹੁੰਦੇ ਹਨ ਜਦੋਂ ਕਹਿ ਦਈਏ ਵੀ ਤੁਸੀਂ ਕੂੜ ਦੇ ਵਿੱਚ ਫਸੇ ਹੋਏ ਹੋ, ਅਸੱਤ 'ਚ ਫਸੇ ਹੋਏ, ਝੂਠ ਹੈ ਸੰਸਾਰ, ਛੱਡੋ ਪਰੇ। ਕਈਆਂ ਨੇ ਮੈਨੂੰ ਆਣ ਕੇ ਵੀ ਕਿਹਾ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ। ਨਾਰਾਜ਼ਗੀ ਹੁੰਦੀ ਹੈ, ਕੌਣ ਸੁਣਨਾ ਚਾਹੁੰਦਾ ਹੈ? ਤੁਹਾਨੂੰ ਆਣ ਕੇ ਕਹਿ ਦੇਵੇ ਕੋਈ ਮੇਰੇ ਵਰਗਾ ਵੀ ਹਾਂ ਬੱਚੇ ਤੁਹਾਡੇ ਝੂਠ ਹਨ, ਪਰਿਵਾਰ ਝੂਠ ਹੈ, ਅਸੱਤ ਹੈ, ਛੱਡੋ ਪਰਾਂ, ਦਫਾ ਕਰੋ ਝੂਠੇ ਨੂੰ, ਝੂਠ 'ਚ ਫਸੇ ਹੋ, ਤੁਸੀਂ ਕੀ ਸਵਾਗਤ ਕਰੋਗੇ? ਬਹੁਤ ਕਠਿਨ ਹੈ, ਖਿਆਲ ਵਿੱਚ ਰੱਖਿਓ। ਇਹੋ ਹੀ ਮਾਇਆ ਮੋਹ ਹੈ। ਸੰਸਾਰ ਮਿੱਠਾ ਹੈ, ਮਿੱਠੀ ਜੇਲ੍ਹ ਹੈ, ਤੇ ਮਿੱਠਾ ਪਹਿਲਾਂ ਛੱਡੋਗੇ ਤੇ ਤਾਂ ਹੀ ਦਵਾਈ ਕੰਮ ਕਰੂਗੀ। ਨਾਮ ਦਾਰੂ ਹੈ, ਨਾਮ ਔਸ਼ਧੀ ਹੈ। ਨਾਮ ਨੂੰ ਔਸ਼ਧੀ ਕਿਹਾ ਹੈ ਨਾ, ਨਾਮ ਦਾਰੂ। ਮੈਲ ਲਾਗੇ ਸੱਚ ਬਿਨ, ਤੇ ਨਾਮ ਦਾਰੂ ਹੈ, ਦਵਾ ਹੈ, ਤੇ ਦਵਾ ਤਾਂ ਹੀ ਕੰਮ ਕਰੂਗੀ ਜਦੋਂ ਤੁਸੀਂ ਸੰਸਾਰ ਜੋ ਮਿੱਠਾ ਲੱਗਦਾ ਹੈ ਨਾ, ਇਹ ਮਿੱਠੇ ਨੂੰ ਛੱਡੋ। ਪਰ ਛੱਡਣਾ ਬੜਾ ਔਖਾ ਹੈ, ਧਿਆਨ ਹਟਾਉਣਾ। ਬਹੁਤ ਸਾਰੇ ਸਾਧਕ ਮੈਂ ਦੇਖੇ ਹਨ। ਫਿਰ ਦੂਸਰੀ ਗੱਲ ਇਹ ਵੀ ਖਿਆਲ ਵਿੱਚ ਰੱਖਣ ਯੋਗ ਹੈ ਵੀ ਮਨ ਬਹੁਤ ਵਿਕਸਿਤ ਹੋ ਗਿਆ ਹੈ ਆਦਮੀ ਦਾ। ਇਹ 2-2 3-3 ਕੰਮ ਇਕੱਠੇ ਵੀ ਕਰਦਾ ਹੈ। ਕਈਆਂ ਦਾ ਧਿਆਨ ਟਿਕ ਵੀ ਜਾਂਦਾ ਹੈ, ਜਿਵੇਂ ਇਸ ਗੁਰਮੁਖ ਪਿਆਰੇ ਨੇ ਕਿਹਾ ਹੈ ਨਾ, ਧੜਕਣ ਸੁਣਾਈ ਦਿੰਦੀ ਹੈ, ਤੇ ਨਾਲ ਨਾਲ ਹੋਰ ਵੀ ਖਿਆਲ ਬਣਿਆ ਰਹਿੰਦਾ ਹੈ ਬਹੁਤਿਆਂ ਦਾ। ਐਸੇ ਸਾਧਕ ਅਸੀਂ ਦੇਖੇ ਹਨ। ਇੱਕ ਸਾਨੂੰ ਮਿਲਿਆ ਸੀ ਇੱਕ ਆਸ਼ਰਮ ਦੇ ਵਿੱਚ ਸਾਧਕ, ਬਜ਼ੁਰਗ ਸੀ, ਉਹਨੇ ਬਹੁਤ ਅਭਿਆਸ ਕੀਤਾ, ਉਹਦਾ ਨਾਮ ਅੰਦਰ ਚੱਲਣ ਲੱਗ ਪਿਆ। ਉਹ ਕਹਿੰਦਾ ਸੀ ਮੇਰੇ ਸਰੀਰ ਨੂੰ ਕੰਨ ਲਾ ਕੇ ਦੇਖੋ, ਤੇ ਦੇਖਿਆ ਵਾਕਈ 'ਚ ਚੱਲ ਰਿਹਾ ਸੀ। ਕਹਿੰਦਾ ਗੁਰੂ ਮੰਤਰ ਚੱਲਦਾ ਰਹਿੰਦਾ ਹੈ, ਪਰ ਉਹਦਾ ਮਨ ਵੀ ਬੜਾ ਹੀ ਚੰਚਲ। ਹੁਣ ਮਨ ਵੀ ਚੱਲ ਰਿਹਾ ਹੈ ਤੇ ਅੰਦਰ ਸ਼ਬਦ ਵੀ ਚੱਲ ਰਿਹਾ ਹੈ। ਐਸਾ ਵੀ ਹੁੰਦਾ ਹੈ। ਜ਼ਿਆਦਾਤਰ ਸਾਧਕ ਬਹੁਤ ਸਾਰੇ ਅਭਿਆਸ ਵੀ ਕਰਾਉਂਦੇ ਹਨ, ਉਹਨਾਂ ਦਾ ਵੀ ਮਨ ਚੱਲ ਰਿਹਾ ਹੁੰਦਾ। ਉਹਨਾਂ ਨੂੰ ਖਿਆਲ ਹੁੰਦਾ ਹੈ ਵੀ ਸਾਡਾ ਮਨ ਇਕਾਗਰ ਹੋ ਗਿਆ, ਇਕਾਗਰ ਹੋ ਜਾਂਦਾ ਹੈ ਥੋੜ੍ਹੇ ਚਿਰ ਵਾਸਤੇ, ਟਿਕ ਵੀ ਜਾਂਦਾ ਹੈ ਬਹੁਤਿਆਂ ਦਾ, ਅਭਿਆਸੀਆਂ ਦਾ, ਪਰ ਬਾਹਰ ਤੋਂ ਛੁਟਕਾਰਾ ਨਹੀਂ ਹੁੰਦਾ। ਉਹਨਾਂ ਚਿਰ ਛੁਟਕਾਰਾ ਨਹੀਂ ਹੁੰਦਾ ਹੈ ਜਿੰਨਾ ਚਿਰ ਸੰਸਾਰ ਅਸੱਤ ਤੇ ਵਿਅਰਥ ਤੇ ਝੂਠ ਨਾ ਲੱਗੇ। ਜਦੋਂ ਤੁਸੀਂ ਕਹੋਗੇ ਵੀ ਸੰਸਾਰ ਵੱਲ ਧਿਆਨ ਗਿਆ ਤੇ ਬਿਮਾਰੀ ਵੱਧ ਗਈ। ਮੈਂ ਦੂਸਰੀ ਗੱਲ ਕਹਿਣਾ ਹੈ ਤੁਹਾਨੂੰ, ਖਿਆਲ ਵਿੱਚ ਰੱਖੋ, ਇਹ ਵਾਰ-ਵਾਰ ਮੈਂ ਦੁਹਰਾਉਣਾ ਰਹਿੰਦਾ ਹਾਂ। ਅਜੋ ਕਿਸਮ 'ਚ ਕੋਈ ਨਹੀਂ ਕਹਿੰਦਾ ਹੈ, ਕਹਿਣੀ ਵੀ ਔਖੀ ਹੈ, ਸੰਸਾਰ ਵੱਲੋਂ ਧਿਆਨ ਹਟਾਉਣਾ ਹੈ। ਇਹ ਕਹਿਣਾ ਵੀ ਔਖਾ ਹੈ ਸੰਸਾਰ ਝੂਠ ਹੈ, ਅਸੱਤ ਹੈ, ਤੇ ਸੁਣਨਾ ਵੀ ਔਖਾ ਹੈ। ਬਹੁਤੇ ਸਰੋਤੇ ਇਸੇ ਕਰਕੇ ਨਹੀਂ ਸੁਣਦੇ ਹਨ ਵੀ ਇਹ ਵਾਰ-ਵਾਰ ਸੰਸਾਰ ਨੂੰ ਝੂਠ ਕਹੀ ਜਾਂਦੇ, ਛੱਡਣਾ ਹੈ ਧਿਆਨ
ਸੰਸਾਰ ਵੱਲੋਂ ਹਟਣਾ ਹੈ। ਸੁਣਨਾ ਨਹੀਂ ਕੋਈ ਚਾਹੁੰਦਾ ਹੈ, ਕਹਿਣਾ ਵੀ ਔਖਾ ਹੈ, ਕਹਿੰਦਾ ਵੀ ਕੋਈ ਨਹੀਂ। ਜੇ ਕਹਿੰਦਾ ਵੀ ਘੁਮਾ ਫਿਰਾ ਕੇ ਕਹਿੰਦੇ ਹਨ, ਸਿੱਧਾ ਨਹੀਂ ਕਹਿੰਦੇ ਹਨ ਵੀ ਅਸੱਤ ਹੈ, ਝੂਠ ਹੈ, ਵਿਅਰਥ ਹੈ, ਕੂੜ ਹੈ। ਛੱਡੋ ਪਰਾਂ, ਛੱਡ ਕੇ ਜਾਣਾ ਹੀ ਹੈ, ਹੁਣੇ ਛੱਡ ਦਿਓ। ਤੇ ਮੈਂ ਇਹ ਦੂਸਰੀ ਗੱਲ ਜ਼ਿਆਦਾ ਕਹਿੰਦਾ ਹਾਂ, ਖਿਆਲ ਵਿੱਚ ਰੱਖੋ ਵੀ ਪਰਹੇਜ਼ ਜ਼ਿਆਦਾ ਕਰ ਲਓ। ਔਸ਼ਧੀ ਤੁਹਾਨੂੰ ਬਹੁਤ ਘੱਟ ਖਾਣੀ ਪਵੇਗੀ। ਜਿਵੇਂ ਡਾਕਟਰ ਵੀ ਕਹਿੰਦੇ ਹਨ, ਅਗਰ ਤੁਸੀਂ ਮਿੱਠੇ ਦਾ ਬਿਲਕੁਲ ਹੀ ਪਰਹੇਜ਼ ਕਰ ਲਓ, ਸ਼ੂਗਰ ਖਾਓ ਹੀ ਨਾ, ਤੇ ਤੁਹਾਨੂੰ ਦਵਾਈ ਬਹੁਤ ਘੱਟ ਖਾਣੀ ਪਵੇਗੀ ਤੇ ਬਿਮਾਰੀ ਆਪਣੇ ਆਪ ਹੀ ਹਟ ਜਾਵੇਗੀ। ਇਹੋ ਹੀ ਗੱਲ ਮੈਂ ਕਹਿੰਦਾ ਹਾਂ ਵੀ ਤੁਸੀਂ ਬਾਹਰੋਂ ਧਿਆਨ ਜਿਹੜਾ ਜਾਂਦਾ ਹੈ ਨਾ ਸੰਸਾਰ ਵੱਲ, ਉਧਰ ਨਾ ਜਾਣ ਦਿਓ। ਅੱਠੇ ਪਹਿਰ ਖਿਆਲ ਰੱਖੋ, ਫਿਰ ਇੱਕਦਮ ਹਟੇਗਾ ਨਹੀਂ। ਜਿਹੜੇ ਕੁਛ ਨੌਜਵਾਨ ਹਨ ਜਾਂ ਉਹਨਾਂ ਦੇ ਬੱਚੇ ਛੋਟੇ ਹਨ, ਉਹਨਾਂ ਦਾ ਇੱਕਦਮ ਨਹੀਂ ਹਟੇਗਾ ਧਿਆਨ, ਪਰ ਖਿਆਲ ਰੱਖਿਓ। ਹੌਲੀ ਹੌਲੀ ਅਭਿਆਸ ਵੀ ਕਰਦੇ ਜਾਓ ਤੇ ਖਿਆਲ ਵੀ ਰੱਖੋ ਵੀ ਧਿਆਨ ਛੱਡਣਾ ਹੈ। ਐਸੇ ਢੰਗ ਦੇ ਨਾਲ ਨਾ ਫਸ ਜਾਇਓ ਸੰਸਾਰ ਵਿੱਚ ਤੇ ਬਾਅਦ 'ਚੋਂ ਧਿਆਨ ਹਟਾਉਣਾ ਔਖਾ ਹੋ ਜਾਵੇ। ਹੌਲੀ ਹੌਲੀ ਹਟਾਉਂਦੇ ਰਹੋ, ਇੱਕ ਇੱਕ ਕਦਮ ਪਿੱਛੇ ਹਟਦੇ ਰਹੋ ਸੰਸਾਰ 'ਚੋਂ ਧਿਆਨ ਕਰਕੇ। ਤੇ ਜਿਹੜੇ ਬਜ਼ੁਰਗ ਹਨ, ਸੰਸਾਰ ਦੀ ਉਲਝਣਾਂ 'ਚੋਂ ਬਹੁਤ ਘੱਟ ਹਨ, ਬਾਹਰ ਨਿਕਲ ਰਹੇ ਹਨ, ਤੇ ਉਹ ਪੂਰਾ ਦਾ ਪੂਰਾ ਹੀ ਛੱਡ ਸਕਦੇ ਹਨ ਧਿਆਨ। ਤੇ ਧਿਆਨ ਛੱਡਣ ਵੱਲ ਜ਼ਿਆਦਾ ਧਿਆਨ ਦਿਓ, ਹਟਣ ਵੱਲ ਬਹੁਤਾ ਸੰਸਾਰ ਵਿੱਚ, ਵਿਚਾਰਧਾਰਾ ਦੇ ਵਿੱਚ, ਸੰਸਾਰ ਦੇ ਵਿੱਚ ਨਾ ਫਸੋ। ਖਿਆਲ ਰੱਖੋ ਅੱਠੇ ਪਹਿਰ, ਤੇ ਤੁਹਾਡਾ ਧਿਆਨ ਆਪਣੇ ਆਪ ਟਿਕੇਗਾ। ਤੇ ਇਕਾਗਰ ਹੋ ਜਾਣਾ ਹੀ ਕਾਫੀ ਨਹੀਂ ਹੈ। ਜਦੋਂ ਮਨ ਇਕਾਗਰ ਹੋ ਗਿਆ ਨਾ, ਉਸ ਤੋਂ ਬਾਅਦ ਉਧਰ ਨੂੰ ਜਾਣਾ ਹੈ ਜਿੱਧਰੋਂ ਇਕਾਗਰ ਹੋਇਆ ਹੈ। ਧਿਆਨ ਉਧਰ ਨੂੰ ਜਾਵੇਗਾ ਜਿੱਧਰੋਂ ਆ ਰਿਹਾ ਹੈ। ਉਹ ਫਿਰ ਅਗਲਾ ਕਦਮ ਹੈ, ਪਹਿਲਾਂ ਇਕਾਗਰ ਹੋ ਜਾਵੇ।